1750 ਇਹ ਮਸਜਿਦ ਬਣਦੀ ਪਈ ਹੈ ਔਰ 1799 ਦੇ ਵਿੱਚ ਜਿਹੜਾ ਰਣਜੀਤ ਸਿੰਘ ਨਾਲ ਟੇਕ ਓਵਰ ਕਰ ਰਿਹਾ ਸਿੱਖ ਕਮਿਊਨਿਟੀ ਥੋੜੀ ਤਾਦਾਦ ਸੀ, ਮੁਸਲਿਮ ਵੱਡੀ ਤਾਦਾਦ ਸੀ। ਜਿਹੜਾ ਪੰਜਾਬ ਦਾ ਸਾਰਾ ਪੀਰੀਅਡ ਦੇਖ ਰਹੇ ਦੂਸਰੀ ਵੱਡੀ ਕਮਿਊਨਿਟੀ ਜਿਹੜੀ ਸੀ ਹਿੰਦੂਆਂ ਦੀ ਸੀ, ਉਹਨੂੰ ਸਾਰਿਆਂ ਨੂੰ ਨਾਲ ਲੈ ਕੇ ਟੁਰਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਇਸ ਮਸਜਿਦ ਦੇ ਨਾਲ ਤਾਲੁਕ ਦੇ ਬਾਰੇ 'ਚ ਗੱਲ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਲਾਹੌਰ ਦੇ ਪ੍ਰੈਜ਼ੈਂਟ ਨੂੰ ਵੇਖਣ ਲਈ ਇਹਦੇ ਪਾਸਟ 'ਚ ਹਲਕੀ ਜਿਹੀ ਝਾਕੀ ਮਾਰਨਾ ਜ਼ਰੂਰੀ ਹੈ ਤੇ ਵੇਖਣ ਵਾਲੇ ਨੂੰ ਇੱਥੇ ਦੀ ਡਾਈਵਰਸ ਹਿਸਟਰੀ ਦੀ ਬਥੇਰੀ ਮਿਸਾਲਾਂ ਲੱਭ ਜਾਣਗੀਆਂ। ਚਲੋ ਅਸੀਂ ਵੀ ਇੱਕ ਇਹੋ ਜਿਹੀ ਮਿਸਾਲ ਵੇਖ ਕੇ ਆਉਂਦੇ ਹਾਂ। ਲਾਹੌਰ ਦੇ ਰੰਗ ਮਹਿਲ ਬਾਜ਼ਾਰ ਵਿੱਚ ਇੱਕ ਉੱਚੇ ਚਬੂਤਰੇ ਤੇ ਬਣੀ ਕਰੀਬ 300 ਸਾਲ ਪੁਰਾਣੀ ਇਹ ਮਸਜਿਦ ਇਸ ਸ਼ਹਿਰ ਦੀ ਕਲਚਰਲ ਤੇ ਰਿਲੀਜੀਅਸ ਡਾਈਵਰਸਿਟੀ ਦਾ ਇੱਕ ਸਬੂਤ ਹੈ ਤੇ ਅੱਜ ਦੀ ਲਾਹੌਰ ਡਾਇਰੀ ਹੈ ਇਸ ਸੁਨਹਿਰੀ ਮਸਜਿਦ ਦੇ ਬਾਰੇ 'ਚ। ਇਹ ਵੇਲਾ ਮੁਹੰਮਦ ਸ਼ਾਹ ਰੰਗੀਲਾ ਦਾ ਹੈਗਾ, ਮਗਰ ਇੱਥੇ ਮੀਰ ਮੋਇਨੁਲ ਮੁਲਕ ਜਿਹਨੂੰ ਤੁਸੀਂ ਮੀਰ ਮੰਨੋ ਦੇ ਨਾਂ ਤੋਂ ਵੀ ਜਾਣਦੇ ਹੈਗੇ ਹੋ, ਉਹ ਗਵਰਨਰ ਸੀ ਤੇ ਉਹਦਾ ਇੱਕ ਦਰਬਾਰੀ ਸੀ ਜਿਹਦਾ ਨਾਂ ਸੀ ਨਵਾਬ ਭਿਕਾਰੀ ਖਾਨ। ਤੇ ਉਹਨੂੰ ਇਹ ਲੱਗਿਆ ਕਿ ਯਾਰ ਮੈਨੂੰ ਨਾ ਕੋਈ ਇੱਕ ਮਸਜਿਦ ਬਣਾਉਣੀ ਚਾਹੀਦੀ ਜਿਹੜੀ ਕਿ ਬਹੁਤ ਯਾਦਗਾਰ ਕਿਸਮ ਦੀ ਹੋਵੇ। ਫਿਰ ਜਿੱਥੇ ਅਸੀਂ ਖਲੋਤੇ ਹਾਂ ਅੱਜ, ਉਹਨੇ ਡੱਬੀ ਬਾਜ਼ਾਰ ਤੇ ਕਸ਼ਮੀਰੀ ਬਾਜ਼ਾਰ ਦੇ ਵਿਚਕਾਰ ਇਹ ਥਾਂ ਦੇਖੀ। ਬਾਕੀ ਵੱਡੀ ਮਸਜਿਦਾਂ ਦੇ ਨਾਲ ਉਹਦੇ ਵਿੱਚ ਜੋ ਕੁਛ ਸੀ ਉਹ ਇਹਨਾਂ ਨੇ ਦਰਿਆ ਨੂੰ ਕੂਜ਼ੇ ਵਿੱਚ ਬੰਦ ਕੀਤਾ। ਹਰ ਸ਼ੈ ਜਿਹੜੀ ਦੂਸਰੇ ਮਸਜਿਦ ਵਿੱਚ ਪਾਈ ਜਾਂਦੀ ਉਹ ਇਹਦੇ 'ਚ ਵੀ ਹੈ। ਸੈਂਟਰ ਦੇ ਵਿੱਚ ਛੋਟਾ ਹਾਊਸ ਵੀ ਬਣਾਇਆ ਤੇ ਫਲੋਰਿੰਗ ਵੀ ਹੈ, ਅੰਦਰ ਫੈਸਕੋਸ ਵੀ ਨੇ, ਡਿਟੇਲਸ ਆਫ ਦ ਮਿਨਟਸ ਵੀ ਨੇ, ਡੋਮ ਡਿਟੇਲਸ ਵੀ ਨੇ। ਬਲਕਿ ਉਹਨੂੰ ਇੱਕ ਸਟੈਪ ਅੱਗੇ ਲੈ ਗਏ ਕਿ ਉਹਨੂੰ ਐਲੀਵੇਟਡ ਵੀ ਕਰ ਛੜਿਆ ਔਰ ਗੋਲਡਨ ਵੀ ਕਰ ਛੜਿਆ ਤਾਂ ਕਿ ਅੱਖਾਂ ਤੋਂ ਹਰ ਲਿਹਾਜ਼ ਨਾਲ ਉਹ ਨਜ਼ਰ ਆਉਂਦੀ ਰਹੇ ਬਿਲਡਿੰਗ। ਕੰਜ਼ਰਵੇਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਕੋਈ ਸ਼ੈ ਜਿਹੜੀ ਉਸ ਦੀ ਓਰੀਜਨਲ ਫਾਰਮ ਹੈ ਉਸ ਨੂੰ ਡਿਸਟਰਬ ਤੋਂ ਬਚਾਇਆ ਜਾਏ। ਅਨਟਿਲ ਅਨਲੈਸ ਕਿ ਉਸ ਤੋਂ ਬਗੈਰ ਸਾਡਾ ਗੁਜ਼ਾਰਾ ਨਾ ਹੁੰਦਾ ਹੋਵੇ ਤਾਂ ਫਿਰ ਅਸੀਂ ਕਹਿੰਦੇ ਕਿ ਉਸ ਦੇ ਵਿੱਚ ਇੰਟਰਵੈਂਸ਼ਨ ਕੀਤੀ ਜਾਂਦੀ ਤਾਂ ਕਿ ਬਿਲਡਿੰਗ ਸਟੇਬਲਾਈਜ਼ ਹੋ ਜਾਏ, ਬਿਕੋਜ਼ ਦੀ ਐਗਜ਼ਿਸਟੈਂਸ ਆਫ ਦ ਬਿਲਡਿੰਗ ਇਜ਼ ਮੋਰ ਇੰਪੋਰਟੈਂਟ। ਇਸ ਤੋਂ ਬਾਅਦ ਜਿਹੜਾ ਇੱਕ ਪ੍ਰੋਜੈਕਟ ਅਸੀਂ ਕਰਨਾ ਚਾਹ ਰਹੇ ਹਾਂ ਉਹ ਹੈਗਾ ਪਿੱਛੇ ਬੌਲੀ ਬਾਗ। ਬੌਲੀ ਬਾਗ ਹੀ ਹੈਗਾ, ਜਹਾਂਗੀਰ ਦਾ ਵੇਲਾ ਸੀ। ਇੱਕ ਪਠਾਨ ਸੀ, ਉਹ ਛੱਜੂ ਭਗਤ ਦੀ ਦੁਕਾਨ ਸੀ, ਉੱਥੇ ਕੁਝ ਪੈਸੇ ਉਹ ਕੋਈ ਮਾਨਤਨ ਰਖਵਾ ਕੇ ਗਿਆ। ਉਹ ਕੁਝ ਮਿਸਅੰਡਰਸਟੈਂਡਿੰਗ ਹੋਈ ਕਿ ਉਹਨੂੰ ਪਤਾ ਨਾ ਲੱਗਿਆ, ਉਹਦੇ ਮੁਲਾਜ਼ਮ ਨੇ ਇੱਧਰ ਉੱਧਰ ਰੱਖ ਦਿੱਤਾ, ਕੇਸ ਚਲਾ ਗਿਆ ਕਾਜ਼ੀ ਕੋਲ। ਉਹ ਜਿਹੜਾ ਪਠਾਨ ਸੀ ਉਹ ਕੇਸ ਹਾਰ ਗਿਆ। ਇਨ ਬਿਟਵੀਨ ਕੀ ਹੋਇਆ ਕਿ ਉਹਨੂੰ ਛੱਜੂ ਨੂੰ ਉਹ ਬਟਵਾ ਲੱਭ ਗਿਆ। ਉਹ ਲੈ ਕੇ ਹੁਣ ਪਠਾਨ ਕੋਲ ਗਿਆ ਕਿ ਯਾਰ ਵੈਰੀ ਸੌਰੀ ਇਹ ਕੰਮ ਖਰਾਬ ਹੋ ਗਿਆ। ਤੇ ਉਹਨੇ ਕਿਹਾ ਕਿ ਵੀ ਚੂੰਕਿ ਹੁਣ ਮੈਂ ਕੇਸ ਹਾਰ ਬੈਠਿਆ ਵਾਂ ਤੇ ਮੇਰਾ ਇਹਨਾਂ ਪੈਸਿਆਂ ਦੇ ਉੱਤੇ ਕੋਈ ਵੀ ਹੱਕ ਨਹੀਂ ਹੈਗਾ। ਮਾਮਲਾ ਹੋਣ ਦੇ ਸਿੱਖਾਂ ਦੇ ਜਿਹੜੇ ਪੰਜਵੇਂ ਗੁਰੂ ਨੇ ਗੁਰੂ ਅਰਜੁਨ ਦੇਵ ਜੀ ਕੋਲ ਗਿਆ। ਜਿਸ ਵੇਲੇ ਉਹਨਾਂ ਨੂੰ ਸਾਰੀ ਸਮਝ ਲੱਗੀ ਤੇ ਉਹਨਾਂ ਨੇ ਕਿਹਾ ਕਿ ਅੱਛਾ ਇਹ ਕਰਨਾ ਹੈ ਕਿ ਅਸੀਂ ਇੱਥੇ ਇੱਕ ਬੌਲੀ ਬਣਾ ਲਏ। ਤੇ ਸਿੱਖਾਂ ਦੇ ਵਿੱਚ ਇੱਕ ਟ੍ਰੈਡੀਸ਼ਨ ਹੈਗੀ ਹੈ, ਤੁਸੀਂ ਇਹਨੂੰ ਵੀ ਸਮਝੋ ਕਿ ਜਿੱਥੇ ਜਿੱਥੇ ਗੁਰੂ ਹੋਰਾਂ ਨੇ ਕਿਸੇ ਵੀ ਗੁਰੂ ਜੀ ਨੇ ਕੋਈ ਪੈਰ ਧਰੇ ਨੇ ਜਾਂ ਕੋਈ ਕਿਧਰੇ ਬੈਠੇ ਨੇ ਕੁਛ ਵੀ ਹੈ, ਉਹ ਉਸ ਥਾਂ ਨੂੰ ਗੁਰਦੁਆਰਾ ਮੰਨ ਲੈਂਦੇ। ਤੇ ਚੂੰਕਿ ਗੁਰੂ ਅਰਜੁਨ ਦੇਵ ਜੀ ਦਾ ਸਾਰਾ ਮਾਮਲਾ ਸੀ, ਉਹਨਾਂ ਨੇ ਇਹਨੂੰ ਵੀ ਗੁਰਦੁਆਰਾ ਬੌਲੀ ਸਾਹਿਬ ਆਖਣਾ ਸ਼ੁਰੂ ਕਰਤਾ। ਉੱਥੇ ਗ੍ਰੰਥ ਸਾਹਿਬ ਰੱਖੇ ਗਏ। ਇੱਥੇ ਕੀ ਸੀ ਕਿ ਇੱਧਰ ਹੁਣ ਮੁਸਲਮਾਨਾਂ ਦੀ ਮਸਜਿਦ ਸੀ ਨਾਲ। ਉਹ ਸੁਬਾਹ ਦੀ ਅਜ਼ਾਨ ਜਿਸ ਵੇਲੇ ਹੁੰਦੀ ਸੀ ਸੁਨਹਿਰੀ ਮਸਜਿਦ ਦੇ ਵਿੱਚ ਹੀ, ਉਸ ਵੇਲੇ ਸਿੱਖਾਂ ਦੀ ਇਬਾਦਤ ਦਾ ਟਾਈਮ ਵੀ ਹੁੰਦਾ ਸੀ ਔਰ ਸਿੱਖ ਵਿਸਰਾਮ ਕਰਨ ਦਾ ਟਾਈਮ ਵੀ ਹੁੰਦਾ ਸੀ। ਉਸ ਵੇਲੇ ਸਿੱਖਾਂ ਨੇ ਇਤਰਾਜ਼ ਕੀਤਾ ਕਿ ਸਵੇਰ ਦੀ ਅਜ਼ਾਨ ਨਾ ਦੇਣ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅਜ਼ਾਨ ਕਿਉਂ ਦਿੰਦੇ ਹੋ। ਕੁਝ ਟ੍ਰੈਡੀਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਉਹਨੇ ਜਿਹੜੇ ਉੱਥੇ ਗ੍ਰੰਥੀ ਸਨ ਉਹਨਾਂ ਨੂੰ ਕਿਹਾ ਕਿ ਜੀ ਚੂੰਕਿ 5 ਵਕਤ ਦੀ ਨਮਾਜ਼ ਹੁੰਦੀ ਹੈ ਤੇ ਅਸੀਂ ਅਜ਼ਾਨ ਬੰਦ ਕਰਵਾ ਦਿੰਦੇ ਹਾਂ, ਤੁਸੀਂ ਉਹ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਬੂਹੇ ਖੜਕਾ ਕੇ 5 ਵੇਲੇ ਉਹਨਾਂ ਨੂੰ ਉਠਾ ਦਿਆ ਕਰੋ, ਕਿਉਂਕਿ ਅਜ਼ਾਨ ਦਾ ਬੁਨਿਆਦੀ ਮਕਸਦ ਹੈਗਾ ਕਿ ਮਸਜਿਦ ਆਓ ਨਮਾਜ਼ ਪੜ੍ਹੋ। ਕਿ ਸਿੱਖਾਂ ਨੇ 4 ਜਾਂ 5 ਦਿਨਾਂ ਵਿੱਚ ਵੇਖ ਲਿਆ ਕਿ ਯਾਰ ਇਹ ਤਾਂ ਬੜਾ ਥਕਾਣ ਵਾਲਾ ਕੰਮ ਹੈ, ਲੋਕ ਪਤਾ ਨਹੀਂ ਕਿੱਥੇ ਕਿੱਥੇ ਸੁੱਤੇ ਹੁੰਦੇ ਆ, ਉਹਨਾਂ ਦੇ ਮਗਰ ਜਾਣਾ, ਉਹਨਾਂ ਨੂੰ ਦੱਸਣਾ ਕਿ ਤੁਹਾਡਾ ਇਬਾਦਤ ਦਾ ਟਾਈਮ ਹੋ ਗਿਆ ਹੈ। ਸਿੱਖ ਬੜੀ ਜਲਦੀ ਉਹਨਾਂ ਨੂੰ ਕਹਿ ਦਿੱਤਾ ਕਿ ਸਾਨੂੰ ਮਾफ़ ਕਰ ਦਿਓ, ਤੁਸੀਂ ਆਪਣੀ ਅਜ਼ਾਨ ਦੇ ਦਿਓ। ਬਹੁਤ ਛੇਤੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾ ਫੈਸਲਾ ਕੀਤਾ ਔਰ ਇਸ ਦਾ ਫੈਸਲਾ ਮੁਸਲਮਾਨਾਂ ਦੇ ਹੱਕ ਵਿੱਚ ਹੋਇਆ ਔਰ ਫਿਰ ਮੁਸਲਮਾਨਾਂ ਨੇ ਸੁਨਹਿਰੀ ਮਸਜਿਦ ਤੋਂ ਜਿਹੜੀ ਹੈ ਉਹ ਅਜ਼ਾਨ ਦੇਣੀ ਸ਼ੁਰੂ ਕਰ ਦਿੱਤੀ ਸੀ।
ਇਹ ਮੇਰਾ ਵਿਰਸਾ ਵੀ ਹੈ, ਇਹ ਹਰ ਪੰਜਾਬੀ ਦਾ ਵਿਰਸਾ ਹੈ, ਇਹ ਮੁਸਲਮਾਨ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਵਿਰਸਾ ਹੈ। ਮੇਰਾ ਖਿਆਲ ਹੈ ਕਿ ਇਹ ਸਾਂਝਾ ਵਿਰਸਾ ਹੈ ਔਰ ਇਹਨਾਂ ਨੂੰ ਸੰਭਾਲ ਵੀ ਸਾਨੂੰ ਸਾਂਝੇ ਤੌਰ ਤੇ ਕਰਨੀ ਚਾਹੀਦੀ ਹੈ।